ਸਤਨਾਮ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਤੇ ਰਹਿਮਤ ਹੈ। ਨਿਤਾ ਪ੍ਰਤੀ ਸੰਧਿਆ ਵੇਲੇ ਦੀ ਦੀਵਾਨਾਂ ਦੇ ਵਿੱਚ ਜੁੜ ਕਰਕੇ ਲੜੀਵਾਰ ਗੁਰ ਇਤਿਹਾਸ ਵਿਚਾਰ ਦੇ ਨਾਲ ਸਾਂਝ ਪਾਉਂਦੇ ਹਾਂ ਤੇ ਸਤਿਗੁਰੂ ਜੀ ਦੀ ਇਹ ਮਿਹਰ ਹੈ, ਬਖਸ਼ਿਸ਼ ਹੈ ਕਿ ਅਸੀਂ ਕੱਲ ਦੀ ਦੀਵਾਨਾਂ ਦੇ ਵਿੱਚ ਇਤੋਂ ਤੱਕ ਵਿਚਾਰ ਸਰਵਣ ਕੀਤੀ ਹੈ ਕਿ ਬਾਬਾ ਮੂਲ ਚੰਦ ਜੀ ਸੁਲਤਾਨਪੁਰ ਪਹੁੰਚਦੇ ਹਨ ਤੇ ਨਾਲ ਕਿਸੇ ਪੰਡਤ ਨੂੰ, ਵਿਦਵਾਨ ਨੂੰ ਨਾਲ ਲੈ ਕਰਕੇ ਆਉਂਦੇ ਹਨ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਪੰਡਤ ਵਿਦਵਾਨ ਬੰਦਾ ਸਮਝਾਵੇਗਾ। ਤੇ ਜਦੋਂ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨਮੁਖ ਪਹੁੰਚਦਾ ਹੈ ਨਾ, ਤੇ ਉਹ ਪੰਡਤ ਆਣ ਕਰਕੇ ਆਖਦਾ ਵੀ ਤੁਸੀਂ ਬੱਚਿਆਂ ਵਾਲੀ ਬੁੱਧੀ ਬਣਾ ਰੱਖੀ ਹੈ, ਤੁਸੀਂ ਸਰੀਰ ਦੇ ਉੱਤੇ ਇਹ ਭੇਖ ਧਾਰਿਆ ਹੋਇਆ ਹੈ, ਫਕੀਰਾਂ ਵਾਲਾ ਲਿਬਾਸ ਪਹਿਨਿਆ ਹੋਇਆ ਹੈ, ਤੁਸੀਂ ਇਹ ਕੀ ਕਰ ਰਹੇ ਹੋ? ਤੁਸੀਂ ਤੇ ਕਹਿਣ ਲੱਗੇ ਨਾ ਇਹ ਭ੍ਰਿਸ਼ਟ ਮੜੀਆਂ ਦੇ ਵਿੱਚ ਬੈਠ ਕਰਕੇ ਨਾ ਆਪਣਾ ਪਰਿਵਾਰ, ਆਪਣਾ ਸਭ ਕੁਝ ਤੁਸੀਂ ਛੱਡ ਦਿੱਤਾ ਹੈ। ਜਦੋਂ ਇਹ ਬਚਨ ਆਖੇ ਨਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਪੰਡਤ ਨੂੰ ਅਤੇ ਬਾਬਾ ਮੂਲ ਚੰਦ ਜੀ ਨੂੰ ਜਵਾਬ ਵਿੱਚ ਸ਼ਬਦ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਨੇ ਕੀ ਸ਼ਬਦ ਬਖਸ਼ਿਸ਼ ਕਰਨਾ ਹੈ ਉਹ ਆਪਾਂ ਅੱਜ ਦੇ ਦੀਵਾਨਾਂ ਦੇ ਵਿੱਚ ਵਿਚਾਰਾਂਗੇ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਹਾਜ਼ਰੀ ਲਵਾਈਏ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣ ਪੰਡਤ ਕੇ ਬੈਨੇਵਾ, ਸ੍ਰੀ ਨਾਨਕ ਜਗ ਕੰਤ। ਕਵੀਰਾਜ ਜੀ ਕਹਿਣ ਲੱਗੇ ਨਾ ਪੰਡਤ ਦੇ ਬਚਨ ਸੁਣ ਕਰਕੇ ਨਾ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾ ਆਪਣੇ ਮੁਖ ਤੋਂ ਸ਼ਬਦ ਉਚਾਰਨ ਕਰਦੇ ਹਨ। ਉਚਰਿਓ ਸ਼ਬਦ ਬਸੰਤ ਮੈਂ, ਹੋਤੀ ਸੋ ਰਿਤੋ ਬਸੰਤ। ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਮ ਬਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਨਾ ਵੀ ਜਿਸ ਤਰ੍ਹਾਂ ਹੁਣ ਅੱਜ ਬਸੰਤ ਦੀ ਰੁੱਤ ਹੈ ਨਾ, ਤੇ ਪਾਤਸ਼ਾਹ ਜੀ ਨੇ ਬਸੰਤ ਰਾਗ ਦੇ ਵਿੱਚ ਹੀ ਸ਼ਬਦ ਬਖਸ਼ਿਸ਼ ਕੀਤਾ। ਬਸੰਤ ਹਿੰਡੋਲ ਮਹੱਲਾ ਪਹਿਲਾ, ਰਾਜਾ ਮਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਕਹਿਣ ਲੱਗੇ ਵੀ ਇਹ ਜਿਹੜੀ ਨਗਰੀ ਹੈ ਨਾ, ਜਿਤਨਾ ਵੀ ਸਮਾਜ ਹੈ, ਦੁਨੀਆ ਹੈ, ਇਹ ਕਹਿਣ ਲੱਗੇ ਕੱਚੀ ਹੈ ਤੇ ਇਸ ਵਿੱਚ ਰਹਿਣ ਵਾਲਾ ਜਿਹੜਾ ਰਾਜਾ ਹੈ, ਜਿਹੜਾ ਮਨ ਹੈ ਨਾ, ਉਹ ਬੱਚੇ ਦੇ ਸਮਾਨ ਹੈ। ਦੋਏ ਮਾਏ ਦੋਏ ਬਾਪਾ, ਪੜੀ ਹੈ ਪੰਡਤ ਕਰੋ ਵਿਚਾਰੋ। ਕਹਿਣ ਲੱਗੇ ਨਾ ਇਹ ਜਿਹੜਾ ਮਨ ਹੈ ਨਾ, ਇਹ ਦੁਸ਼ਟਾਂ ਨਾਲ ਤੇ ਪਿਆਰ ਕਰਦਾ ਹੈ ਤੇ ਕਹਿਣ ਲੱਗੇ ਵੀ ਆਪਣੀਆਂ ਨਾ ਦੋ ਮਾਤਾਵਾਂ ਅਤੇ ਦੋ ਪਿਤਾਵਾਂ ਬਾਰੇ ਪੜ੍ਹਦਾ ਹੈ। ਹੇ ਪੰਡਤ ਜੀ, ਇਸ ਬਾਰੇ ਕਹਿਣ ਲੱਗੇ ਵੀ ਵਿਚਾਰ ਜਿਹੜਾ ਹੈ ਨਾ
ਉਹ ਕਰੋ। ਵੀ ਜਿਹੜਾ ਮਨੁੱਖ ਹੈ, ਜਿਹੜਾ ਇਨਸਾਨ ਹੈ ਨਾ, ਇਸ ਸੰਸਾਰ ਵਿੱਚ ਰਹਿ ਕਰਕੇ ਹਉਮੈ ਤੇ ਤ੍ਰਿਸ਼ਨਾ ਦੀ ਬਸ ਮੰਨਦਾ ਹੈ, ਉਸ ਦੇ ਬਾਰੇ ਵਿਚਾਰ ਕਰਦਾ ਰਹਿੰਦਾ ਹੈ। ਪਰ ਜੋ ਇਸ ਸੰਸਾਰ ਵਿੱਚ ਕਰਮ ਕਰਨ ਵਾਸਤੇ ਆਇਆ ਹੈ, ਉਸ ਦਾ ਇਹ ਵਿਚਾਰ ਨਹੀਂ ਕਰਦਾ। ਸੁਆਮੀ ਪੰਡਤ ਤੁਮ ਦੇਹੋ ਮਤੀ, ਕਿਨ ਵਿਧ ਪਾਵੋ ਪ੍ਰਾਨਪਤੀ। ਹੇ ਪੰਡਤ ਜੀ, ਤੁਸੀਂ ਮੈਨੂੰ ਨਾ ਕੋਈ ਐਸੀ ਸਿੱਖਿਆ ਦੇ ਦੇਵੋ ਜਿਹੜੀ ਮੇਰੀ ਮੱਤ ਵਿੱਚ ਬਹਿ ਜਾਵੇ। ਉਹ ਕਿਹੜਾ ਢੰਗ ਹੈ ਜਿਸ ਦੇ ਰਾਹੀਂ ਨਾ ਮੈਂ ਇਸ ਜਿੰਦੜੀ ਨੂੰ ਆਪਣੇ ਸੁਆਮੀ ਦੇ, ਆਪਣੇ ਪਰਮਾਤਮਾ ਦੇ ਲੇਖੇ ਵਿੱਚ ਲਾ ਸਕਾਂ, ਤੇ ਕਿਵੇਂ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਦੋਹਰਾ ਮਨ ਰਾਜਾ ਬਾਲਕ ਸਮਝੋ, ਨਿਤ ਬ੍ਰਤ ਜਨ ਹੋ ਚੰਚਲ ਸੋ। ਕਹਿਣ ਲੱਗੇ ਮਨ ਹੈ ਜਿਹੜਾ ਨਾ, ਇਹ ਰਾਜਾ ਹੈ, ਪਰ ਬਾਲਕ ਦੇ ਬਰਾਬਰ ਹੈ, ਇੱਕ ਬੱਚੇ ਦੇ ਬਰਾਬਰ ਹੁੰਦਾ ਹੈ। ਅਤੇ ਕਹਿਣ ਲੱਗੇ ਸਦਾ ਹੀ ਇਸ ਦੇ ਅੰਦਰ ਚੰਚਲਤਾ ਹੀ ਹੈ। ਮਨ ਜਿਹੜਾ ਹੈ ਨਾ, ਮਨ ਵੀ ਬਾਲਕ ਦੇ ਵਾਂਗ ਕਿਵੇਂ ਆਖਿਆ ਗਿਆ? ਕਿਉਂਕਿ ਇੱਕ ਛੋਟਾ ਬਾਲਕ ਜਿਹੜਾ ਹੁੰਦਾ ਹੈ, ਬੱਚਾ ਹੁੰਦਾ ਹੈ, ਉਸ ਬੱਚੇ ਦੇ ਅੰਦਰ ਚੰਚਲਤਾ ਹੀ ਜ਼ਿਆਦਾ ਹੁੰਦੀ ਹੈ। ਇਸੇ ਹੀ ਤਰ੍ਹਾਂ ਇਹ ਜਿਹੜਾ ਮਨ ਹੈ, ਇਹ ਚੰਚਲ ਹੈ, ਕਦੇ ਕਿਸ ਪਾਸੇ ਭੱਜਦਾ ਹੈ, ਕਦੇ ਕਿਸ ਪਾਸੇ ਦੌੜਦਾ ਹੈ। ਨਿਤ ਪ੍ਰਤ ਜਨ ਹੋ ਚੰਚਲ ਸੋ। ਕਹਿਣ ਲੱਗੇ ਹਰ ਰੋਜ਼, ਹਰ ਟਾਈਮ, ਹਰ ਸਮੇਂ ਜੇਕਰ ਇਸ ਮਨ ਨੂੰ ਪਰਮਾਤਮਾ ਵਾਲੇ ਪਾਸੇ ਨਾ ਲਾਇਆ ਜਾਵੇ, ਤੇ ਇਹ ਜਿਹੜਾ ਮਨ ਹੈ ਨਾ, ਇਹ ਸਦਾ ਕਦੇ ਇਸ ਪਾਸੇ ਜਾਂਦਾ ਹੈ, ਕਦੇ ਇਸ ਪਾਸੇ ਜਾਂਦਾ ਹੈ, ਕਦੇ ਕੁਝ ਕਰਦਾ ਹੈ, ਕਦੇ ਕੁਝ ਕਰਦਾ ਹੈ। ਇਸ ਤਰ੍ਹਾਂ ਦਾ ਇਸ ਦਾ ਨਿਯਮ ਹੈ। ਨੀਤ ਨਾ ਸਿੱਖੋ ਰੂਪ ਗਿਆਨਾ, ਖੇਲ ਰਚਿਓ ਸੁਖ ਵਿਸੈ ਮਹਾਨਾ। ਕਹਿਣ ਲੱਗੇ ਮਨੁੱਖ ਨੇ ਨਾ ਗਿਆਨ ਰੂਪੀ ਨੀਤੀ ਨਾ ਸਿੱਖੀ ਹੈ, ਅਤੇ ਕਹਿਣ ਲੱਗੇ ਸਦਾ ਮਹਾਨ ਵਿਸ਼ਿਆਂ ਦੀ ਖੇਡ ਵਿੱਚ ਨਾ ਇਹ ਸਦਾ ਹੀ ਲੱਗਿਆ ਰਹਿਣਾ। ਕਹਿਣ ਤੋਂ ਭਾਵ ਇਹ ਹੈ ਕਿ ਇਸ ਮਨੁੱਖ ਨੇ, ਇਸ ਇਨਸਾਨ ਨੇ ਨਾ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਜਿਹੜੀ ਜੁਗਤੀ ਹੈ ਨਾ, ਉਸ ਨੂੰ ਸਿੱਖਿਆ ਨਹੀਂ, ਵਿਸ਼ੇ ਵਿਕਾਰਾਂ ਦੇ ਵਿੱਚ ਸਦਾ ਲੱਗਿਆ ਹੈ। ਕਾਚੀ ਨਗਰੀ ਮੈਂ ਇਸ ਵਾਸਾ, ਅੱਜ ਕਾਲ ਤੇ ਹੋਏ ਬਿਨਾਸਾ। ਕਹਿਣ ਲੱਗੇ ਇਸ ਜੱਗ ਦੀ, ਇਸ ਦੁਨੀਆ ਦੀ ਕੀ ਗੱਲ ਕਰਦੇ ਹੋ? ਇਹ ਤੇ ਕਹਿਣ ਲੱਗੇ ਨਾ, ਇਹ ਕੱਚੀ ਨਗਰੀ ਦਾ ਵਸੇਵਾ ਹੈ। ਅੱਜ ਜਾਂ ਕੱਲ ਇਸ ਦਾ ਨਾਸ ਹੋ ਜਾਣਾ ਹੈ, ਇਸ ਨੇ ਸਦਾ ਥੋੜ੍ਹੀ ਰਹਿਣਾ ਹੈ। ਇਸ ਸੰਸਾਰ ਵਿੱਚ ਮਨੁੱਖ ਦੀ ਦੇਹੀ ਨੇ ਸਦਾ ਨਹੀਂ ਰਹਿਣਾ। ਨਿਤ ਥਿਰ ਜਾਣਤ ਕੀਨ ਸਨੇਹਾ, ਤਹਿ ਕਾਲ ਪਰੇ ਜਬ ਮੇਹਾ। ਮਨੁੱਖ ਇਸ ਨੂੰ ਕਹਿਣ ਲੱਗੇ ਸਦਾ ਨਾ ਪਾਲਦਾ ਰਹਿੰਦਾ ਹੈ, ਸਮਝਦਾ ਨਹੀਂ ਵੀ ਭਾਈ ਇਹ ਮੋਹ ਵਿੱਚ ਫਸਿਆ ਹੋਇਆ ਹੈ, ਸਦਾ ਇਸ ਨੂੰ ਪਾਲਦਾ ਰਹਿੰਦਾ ਹੈ। ਪਰ ਜਿਹੜਾ ਮੌਤ ਹੈ ਨਾ, ਮੌਤ ਰੂਪੀ ਮੀਂਹ ਸਦਾ ਹੀ ਇਸ ਸਰੀਰ ਦੇ ਉੱਤੇ, ਇਸ ਨਗਰੀ ਦੇ ਉੱਤੇ ਪੈਂਦਾ ਰਹਿੰਦਾ ਹੈ। ਭਾਵ ਕਿ ਇਹ ਜਿਹੜੀ ਢੇਰੀ ਹੈ ਨਾ ਮਿੱਟੀ ਦੀ, ਇਹ ਜਿਹੜੇ ਮੌਤ ਦਾ ਮੀਂਹ ਪੈ ਪੈ ਕੇ ਇਹ ਇੱਕ ਦਿਨ ਫਨਾ ਹੋ ਜਾਂਦੀ ਹੈ, ਇੱਕ ਦਿਨ ਖੁਰ ਜਾਂਦੀ ਹੈ। ਜਾਏ ਅਚਾਨਕ ਗਰ ਇਹ ਸਾਰੀ, ਤਬ ਸੋਜੀ ਹਮੈਂ ਦੁਖ ਮਝਾਰੀ। ਇਹ ਦੇਹੀ ਅਚਾਨਕ ਸਾਰੀ ਗੱਲ ਗਲ ਜਾਵੇਗੀ। ਇੱਕ ਦਿਨ ਸਮਾਂ ਆਵੇਗਾ, ਕਿਉਂਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਬਖਸ਼ਿਸ਼ ਕੀਤਾ ਹੈ ਨਾ, ਵੀ ਇਸ ਦੇਹੀ ਦਾ ਬਾਹਲਾ ਮੋਹ ਨਹੀਂ ਕਰਨਾ ਚਾਹੀਦਾ, ਕਿ ਕੋਈ ਪਤਾ ਨਹੀਂ ਵੀ ਕਦੋਂ ਇਸ ਪਾਣੀ ਦੇ ਬੁਲਬੁਲੇ ਦੇ ਉੱਤੇ ਇੱਕ ਛੋਟਾ ਜਿਹਾ ਠਣਕਾ ਵੱਜਣਾ ਹੈ, ਤੇ ਇੱਕਦਮ ਇੱਕੋ ਸਕਿੰਟ ਦੇ ਵਿੱਚ ਖਤਮ ਹੋ ਜਾਣਾ। ਪਾਤਸ਼ਾਹ ਜੀ ਕਹਿਣ ਲੱਗੇ ਵੀ ਇਸ ਸੰਸਾਰ ਵਿੱਚ, ਇਸ ਦੁਨੀਆ ਦੇ ਵਿੱਚ ਵੱਡੇ ਵੱਡੇ ਰਾਜੇ ਨਹੀਂ ਰਹੇ, ਇੱਥੇ ਤੇ ਬੜੇ ਬੜੇ ਅਵਤਾਰ ਨਹੀਂ ਰਹੇ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਕਹਿਣ ਲੱਗੇ ਜਿਨ੍ਹਾਂ ਦੇ ਵੱਡੇ ਵੱਡੇ ਪਰਿਵਾਰ ਸਨ, ਉਹ ਵੀ ਸੰਸਾਰ ਤੋਂ ਚਲੇ ਗਏ ਹਨ। ਪਾਂਚ ਦੁਸ਼ਟ ਕੋ ਕਰਤ ਪਿਆਰੋ,
ਸੋ ਤਿਹ ਕੇ ਨਿਤ ਕਾਜ ਵਿਗਾਰੋ। ਕਹਿਣ ਲੱਗੇ ਨਾ ਜਿਹੜੀ ਚੀਜ਼ ਇਹਦੇ ਸਦਾ ਹੀ ਨਾ ਕੰਮ ਵਿਗਾੜਦੀ ਹੈ, ਕਹਿਣ ਤੋਂ ਭਾਵ ਕਿ ਇਸ ਮਨੁੱਖ ਨੂੰ, ਇਸ ਇਨਸਾਨ ਨੂੰ ਰੱਬ ਦੇ ਨਾਲ ਜੁੜ ਨਹੀਂ ਦਿੰਦੀ, ਉਹ ਹਨ ਪੰਜ ਵਿਕਾਰ। ਤੇ ਸਦਾ ਹੀ ਨਾ ਇਹਦੇ ਹਿਰਦੇ ਦੇ ਵਿੱਚ ਨਾ ਪੰਜ ਵਿਕਾਰ ਚੱਲਦੇ ਰਹਿੰਦੇ ਹਨ। ਦੋਹਰਾ ਕਾਮ ਕ੍ਰੋਧ ਅਰ ਲੋਭ, ਮਨ ਮੋਹੇ ਬਲੀ ਹੰਕਾਰ। ਇਹ ਕਹਿਣ ਲੱਗੇ ਪੰਜ ਜਿਹੜੇ ਦੁਸ਼ਟ ਹਨ ਨਾ, ਪੰਜ ਜਿਹੜੇ ਦੁਸ਼ਮਣ ਹਨ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਇਹ ਬਹੁਤ ਵੱਡੇ ਕਹਿਣ ਲੱਗੇ ਬਲੀ ਜਿਹੜੇ ਹਨ ਨਾ ਮਨੁੱਖ ਦੇ ਦੁਸ਼ਮਣ ਹਨ। ਇਨ ਸਿਉ ਕਰਤਿਓ ਮੀਤਤਾ, ਭਾ ਸਗਤ ਤੇ ਖੁਆਰ। ਪਰ ਮਨੁੱਖ ਕੀ ਕਰਦਾ, ਸਦਾ ਹੀ ਪੰਜੇ ਵਿਕਾਰਾਂ ਦੇ ਨਾਲ ਮਿੱਤਰਤਾ ਬਣਾ ਕਰਕੇ ਰੱਖਦਾ, ਤੇ ਇਹਨਾਂ ਦੀ ਸੰਗਤ ਵਿੱਚ ਨਾ ਲੱਗ ਕਰਕੇ ਸਦਾ ਖੁਆਰ ਹੁੰਦਾ ਹੈ। ਚੌਪਈ ਲੂਟਹਿ ਮਿਲ ਕਰ ਇਸਕੇ ਨਗਰੇ। ਕਹਿਣ ਲੱਗੇ ਇਹ ਮਿਲ ਕਰਕੇ ਨਾ ਮਨੁੱਖ ਦੀ ਜਿਹੜੀ ਨਾ ਪੋਜ਼ਿਟਿਵ ਨਗਰੀ ਹੁੰਦੀ ਹੈ। ਕਹਿਣ ਤੋਂ ਭਾਵ ਕਿ ਜਿਹੜੇ ਚੰਗੇ ਕਰਮ ਹੁੰਦੇ ਹਨ ਉਹਨਾਂ ਨੂੰ ਇਹ ਸਦਾ ਹੀ ਪੰਜੇ ਵਿਕਾਰ ਲੁੱਟ ਲੈਂਦੇ ਹਨ। ਨੀਤ ਹੋ ਜਾ ਰਹੇ ਈਸ ਉਜਗਰੇ। ਕਹਿਣ ਲੱਗੇ ਨਾ ਇਹ ਜਿਹੜੀ ਹੈ ਨਾ, ਜਿਹੜੀ ਸਰੀਰ ਰੂਪੀ ਨਗਰੀ ਹੈ, ਤੇ ਇਸ ਨੂੰ ਇਹ ਸਦਾ ਹੀ ਉਜਾੜਦਾ ਰਹਿੰਦਾ ਹੈ। ਤੇ ਪਰ ਬਿਗਸਿਓ ਆਪਣੋ ਜਾਣਿਓ ਨਾਹੀ। ਜਿਸ ਪਰਮਾਤਮਾ ਨੇ, ਜਿਸ ਪ੍ਰਭੂ ਪਰਮਾਤਮਾ ਨੇ ਪੈਦਾ ਕੀਤਾ ਨਾ, ਉਸ ਨੂੰ ਮਨ ਦੇ ਵਿੱਚੋਂ ਇਹ ਪਰੇ ਦੂਰ ਕਰਦਾ ਹੈ, ਤੇ ਕਦੇ ਵੀ ਪਰਮਾਤਮਾ ਦੇ ਘਰ ਦੀ ਸਾਰ ਨਹੀਂ ਲੈਂਦਾ। ਮਾਤ ਅਵਿਦਿਆ, ਦੂਜੀ ਮਾਇਆ। ਕਹਿਣ ਲੱਗੇ ਦੋ ਚੀਜ਼ਾਂ ਹਨ। ਇੱਕ ਤੇ ਕਹਿਣ ਲੱਗੇ ਅਵਿਦਿਆ। ਅਵਿਦਿਆ ਦਾ ਅਖਰੀ ਅਰਥ ਹੁੰਦਾ ਹੈ ਵੀ ਅਗਿਆਨਤਾ। ਕਹਿਣ ਲੱਗੇ ਵੀ ਅਗਿਆਨਤਾ ਤੇ ਮਾਇਆ, ਇਹ ਦੋਨੋਂ ਹੀ ਜਾਣੇ ਨਾ, ਦੋਨੋਂ ਜਾਣੀਆਂ ਇਹ ਤੰਗ ਕਰਦੀਆਂ ਹਨ। ਈਸ ਜੀਵ ਦੋਏ ਪਿਤ ਜਿਨਕ ਜਾਇਆ। ਕਹਿਣ ਲੱਗੇ ਈਸ ਜੀਵ ਦੋਵੇਂ ਪਿਤਾ ਹਨ ਜਿਨ੍ਹਾਂ ਨੇ ਇਸ ਨੂੰ ਪੈਦਾ ਕੀਤਾ ਹੈ, ਤੇ ਦਵੈਕੋ ਜਾਣਿਓ ਕੁਟਲਤਾ ਕਾਰਨ। ਕਹਿਣ ਲੱਗੇ ਵੀ ਕੁਟਲਤਾ ਦਾ ਕਾਰਨ ਦੋਵਾਂ ਨੂੰ ਪੈਦਾ ਕਰ ਲੈਂਦਾ ਇਹ ਮਨੁੱਖ। ਵੀ ਮਾਇਆ ਵੀ ਪੈਦਾ ਹੋ ਗਈ ਤੇ ਸੰਸਾਰ ਜਗਤ ਦੇ ਵਿੱਚ ਅਗਿਆਨਤਾ ਵੀ ਪੈਦਾ ਹੋ ਗਈ। ਦੋਨੇ ਚੀਜ਼ਾਂ ਨੂੰ ਜਦੋਂ ਪੈਦਾ ਕੀਤਾ, ਫਿਰ ਕਹਿਣ ਲੱਗੇ ਨਾ ਇਹਨਾਂ ਤੋਂ ਛੁਟਕਾਰਾ ਪਾਉਣਾ ਔਖਾ ਹੁੰਦਾ ਹੈ। ਕਰ ਵਿਚਾਰ ਸਿਖਵਨ ਮੁਝ ਦੀਜੈ, ਉਹ ਪੰਡਤ ਪ੍ਰਾਪਤ ਪ੍ਰਭ ਕੀਜੈ। ਵਿਚਾਰ ਕਰਕੇ ਨਾ ਮੈਨੂੰ ਸਿੱਖਿਆ ਦੇਵੋ। ਪੰਡਤ ਜੀ ਮੈਨੂੰ ਤੁਸੀਂ ਸਮਝਾਵੋ ਵੀ ਫਿਰ ਪ੍ਰਭੂ ਪਰਮਾਤਮਾ ਕਿਵੇਂ ਪ੍ਰਾਪਤ ਹੋਵੇ। ਇਹ ਵਿਦ ਬਦ ਕਰ ਕਰੁਣਾ ਸਦਨਾ, ਮਸਟ ਕਰੀ ਪੁਨ ਪੰਕਜ ਬਦਨਾ। ਇਸ ਤਰ੍ਹਾਂ ਕਹਿ ਕੇ ਨਾ ਕਿਰਪਾ ਦੇ ਘਰ ਕਮਲ ਵਰਗੇ ਮੁਖ। ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਚੁੱਪ ਹੋ ਗਏ ਹਨ। ਦੋਹਰਾ ਮੂਲਾ ਬੋਲਿਓ ਸੁਨਤ ਬਚ, ਅਸ ਵਿਚਾਰ ਜੇ ਤੋਹੇ। ਇਹ ਬਚਨ ਸੁਣ ਕਰਕੇ ਨਾ ਮੂਲ ਚੰਦ ਜੀ ਬੋਲੇ, ਜੇ ਤੇਰੇ ਕਹਿਣ ਲੱਗੇ ਇਸ ਤਰ੍ਹਾਂ ਦੇ ਵਿਚਾਰ ਸਨ ਨਾ, ਫਿਰ ਕਹਿਣ ਲੱਗੇ ਵੀ ਤੂੰ ਵਿਆਹ ਕਰਵਾਇਓ ਕਿਉਂ। ਕਹਿਣ ਲੱਗੇ ਤੂੰ ਵਿਆਹ ਕਿਉਂ ਕਰਵਾਇਆ। ਤੈ ਦੁੱਖ ਦੀਨੋ ਮੋਹੇ। ਤੂੰ ਮੇਰੇ ਘਰ ਦੇ ਵਿੱਚ ਵਿਆਹ ਕਰਵਾ ਕੇ ਨਾ, ਮੇਰੀ ਬੇਟੀ ਦੇ ਨਾਲ ਵਿਆਹ ਕਰਵਾ ਕੇ ਤੂੰ ਮੈਨੂੰ ਵੀ ਤੰਗ ਕੀਤਾ ਹੈ ਤੇ ਆਪਣੇ ਪਰਿਵਾਰ ਨੂੰ ਵੀ ਦੁਖੀ ਕੀਤਾ ਹੈ। ਦੋਹਰਾ ਦਰਬ ਲੁਟਾਇਓ ਬਾਦ, ਬਹੁ ਸੁਤ ਤੇ ਦੀਓ ਨਾ ਟਾਂਕ। ਸਾਰਾ ਧਨ ਸੀ ਨਾ ਜਿੰਨਾ ਘਰ ਦੇ ਵਿੱਚ, ਤੇਰੀ ਹੱਟੀ ਦੇ ਵਿੱਚ ਤੇਰੇ ਕੋਲ ਜੋ ਕੁਝ ਸੀ, ਤੂੰ ਸਾਰਾ ਬਾਹਰ ਦੇ ਲੋਕਾਂ ਨੂੰ ਲੁਟਾ ਦਿੱਤਾ। ਤੂੰ ਆਪਣੇ ਪੁੱਤਰਾਂ ਵਾਸਤੇ, ਆਪਣੇ ਪੁੱਤਰ ਵਾਸਤੇ, ਜਾਂ ਆਪਣੇ ਪਰਿਵਾਰ ਵਾਸਤੇ, ਆਪਣੀ ਪਤਨੀ ਵਾਸਤੇ ਘਰ ਵਿੱਚ ਇੱਕ ਕਹਿਣ ਲੱਗੇ ਟਾਂਕ, ਇੱਕ ਛੋਟਾ ਜਿਹਾ ਵੀ ਪੈਸਾ ਨਹੀਂ ਲੈ ਕੇ ਗਿਆ। ਕੋਈ ਵੀ ਚੀਜ਼ ਤੂੰ ਹੱਟੀ ਤੋਂ ਘਰ ਨਹੀਂ ਲੈ ਕੇ ਗਿਆ। ਬਿਨ ਬਰੀੜਾ ਤਜ ਭਾਜਿਆ,
ਪੁਨ ਕੈ ਸ੍ਰੀ ਮੁਖ ਵਾਕ। ਕਹਿਣ ਲੱਗੇ ਲਾਜ ਨਾ ਆਈ, ਕਹਿਣ ਲੱਗੇ ਤੈਨੂੰ ਉਹਨਾਂ ਨੂੰ ਛੱਡ ਕਰਕੇ ਤੂੰ ਭੱਜ ਆਇਆ ਹੈ, ਆਪਣੇ ਪਰਿਵਾਰ ਨੂੰ ਛੱਡ ਕਰਕੇ ਤੂੰ ਹੁਣ ਕਬਰਾਂ ਵਿੱਚ ਬੈਠ ਗਿਆ ਹੈ। ਤੇ ਇਹ ਗੱਲ ਸੁਣ ਕਰਕੇ ਨਾ ਗੁਰੂ ਜੀ ਨੇ ਨਾ ਫੇਰ ਆਪਣੇ ਮੁਖ ਤੋਂ ਪਵਿੱਤਰ ਸ਼ਬਦ ਉਚਾਰਨ ਕੀਤਾ। ਸ੍ਰੀ ਮੁਖ ਵਾਕ ਭੀਤਰ ਅਗਨ ਬਨਾਸਪਤ, ਮੌਲੀ ਸਾਗਰ ਪੰਡੈ ਪਾਇਆ। ਕਹਿਣ ਲੱਗੇ ਅੰਦਰ ਬਨਸਪਤੀ ਪ੍ਰਫੁੱਲਤ ਹੈ, ਵੀ ਕਿਸ ਚੀਜ਼ ਦੀ ਫਿਕਰ ਕਰਨੀ ਹੈ ਜਦੋਂ ਅੰਦਰ ਹੀ ਪਰਮਾਤਮਾ ਨੇ ਸਾਰੇ ਸੁੱਖ ਬਖਸ਼ਿਸ਼ ਕੀਤੇ ਹਨ। ਚੰਦ ਸੂਰਜ ਦੋਏ ਘਰ ਘਰ ਹੀ ਭੀਤਰ, ਐਸਾ ਗਿਆਨ ਨਾ ਪਾਇਆ। ਕਹਿਣ ਲੱਗੇ ਨਾ ਵੀ ਇਸ ਹਿਰਦੇ ਦੇ ਵਿੱਚ, ਇਸ ਮਨ ਦੇ ਵਿੱਚ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ। ਪਰ ਫਿਰ ਕਹਿਣ ਲੱਗੇ ਵੀ ਬਾਹਰਲੇ ਚੰਦ ਸੂਰਜ ਅਤੇ ਅਸਮਾਨ ਤੇ ਉਹਨਾਂ ਦਾ ਕੀ ਕਰਨਾ ਹੈ, ਜਦੋਂ ਸਭ ਕੁਝ ਪਰਮਾਤਮਾ ਦੀ ਕਿਰਪਾ ਦੇ ਨਾਲ ਹਰ ਇੱਕ ਚੀਜ਼ ਦਾ ਸੁੱਖ ਅੰਦਰ ਵਸਦਾ ਹੈ। ਤੈਨੂੰ ਕਹਿਣ ਲੱਗੇ ਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਫਿਰ ਇਹ ਜਿਹੜਾ ਗਿਆਨ ਹੈ ਨਾ, ਇਹ ਪ੍ਰਾਪਤ ਨਹੀਂ ਹੋਇਆ। ਚੌਪਈ ਭੀਤਰ ਪੁਰੀ ਤ੍ਰਿਸ਼ਨਾ ਅਤ੍ਰਿਸ਼ਨਾ ਆਸਾ, ਭਾਵਕ ਜਿਉ ਕਬਹਿ ਨਾ ਤ੍ਰਿਪਤਾਸਾ। ਅੰਦਰ ਕਹਿਣ ਲੱਗੇ ਬਹੁਤ ਤ੍ਰਿਸ਼ਨਾ ਅਤੇ ਆਸਾ ਹੈ, ਹਰ ਇੱਕ ਤੋਂ ਉਮੀਦ ਕਰਦਾ ਵੀ ਫਲਾਨਾ ਬੰਦਾ ਮੇਰਾ ਫਾਇਦਾ ਕਰੇਗਾ, ਫਲਾਨਾ ਬੰਦਾ ਮੈਨੂੰ ਕੋਈ ਚੀਜ਼ ਦੇਵੇਗਾ। ਇਸ ਤਰ੍ਹਾਂ ਦੀਆਂ ਤੂੰ ਆਸਾਵਾਂ ਰੱਖਦਾ ਰੱਬ ਨੂੰ ਛੱਡ ਕੇ। ਤੇ ਪਰ ਕਹਿਣ ਲੱਗੇ ਵੀ ਤ੍ਰਿਸ਼ਨਾ ਵੀ ਬਹੁਤ ਵੱਡੀ ਹੈ। ਜਿਸ ਮਨੁੱਖ ਦੇ ਅੰਦਰ ਤ੍ਰਿਸ਼ਨਾ ਜ਼ਿਆਦੀ ਹੋਵੇ ਤੇ ਸਤਿਗੁਰੂ ਜੀ ਕਹਿਣ ਲੱਗੇ ਨਾ, ਫਿਰ ਉਹ ਆਸਾਵਾਂ ਵੀ ਬਹੁਤ ਰੱਖਦਾ ਹੈ। ਕਦੇ ਕਿਸੇ ਬੰਦੇ ਤੋਂ ਆਸ, ਕਦੇ ਕਿਸੇ ਬੰਦੇ ਤੋਂ ਆਸ। ਗੁਰੂ ਨੂੰ ਛੱਡ ਕਰਕੇ ਜਦੋਂ ਮਨੁੱਖ ਦੁਨੀਆ ਦੇ ਵਿੱਚ ਵਿਚਰਦਾ ਹੈ ਨਾ, ਸੰਸਾਰ ਦੇ ਵਿੱਚ ਵਿਚਰਦਾ ਹੈ, ਜਦੋਂ ਸੰਸਾਰ ਦੇ ਲੋਕਾਂ ਦੇ ਅੱਗੇ ਪੱਲਾ ਅੜਦਾ ਹੈ, ਇੱਕ ਵਾਰ ਤੇ ਲੋਕ ਜਿਹੜਾ ਜ਼ਬਾਨੀ ਤੇ ਕਲਾਮੀ ਜਿਹੜਾ ਦਲਾਸਾ ਦਿੰਦੇ ਹਨ, ਪਰ ਜਦੋਂ ਪਿੱਠ ਪਿੱਛੇ ਉਹੋ ਹੀ ਲੋਕ ਗੱਲਾਂ ਕਰਦੇ ਹਨ। ਜੇ ਭਾਈ ਮੰਗਣਾ ਹੈ, ਜੇ ਤੇਰੇ ਅੰਦਰ ਭਾਵਨਾ ਹੈ ਨਾ, ਤੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੋਂ ਮੰਗਿਆ ਕਰ। ਕਿਉਂਕਿ ਸਤਿਗੁਰੂ ਜੀ ਦੇ ਘਰ ਦੀ ਬਖਸ਼ਿਸ਼, ਪਾਤਸ਼ਾਹ ਜੀ ਦੇ ਘਰ ਦੀਆਂ ਰਹਿਮਤਾਂ ਜਿਹੜੀਆਂ ਹਨ ਐਸੀਆਂ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇੱਕ ਵਾਰ ਸਾਨੂੰ ਚੀਜ਼ ਦੇ ਕਰਕੇ ਨਾ ਸਾਨੂੰ ਕਦੇ ਚਿਤਾਰਦੇ ਨਹੀਂ। ਇਹ ਗੱਲ ਨਹੀਂ ਆਖਦੇ ਕਿ ਭਾਈ ਤੂੰ ਹਰ ਰੋਜ਼ ਪੱਲਾ ਅੱਡ ਕਰਕੇ ਆਉਣਾ ਹੈ, ਆ ਕਰਕੇ ਦਾਤਾਵਾਂ ਮੰਗਦਾ ਹੈ। ਪਾਤਸ਼ਾਹ ਜੀ ਤੇ ਇਹ ਬਖਸ਼ਿਸ਼ਾਂ ਕਰਦੇ ਹਨ ਕਿ ਭਾਈ ਜੇਕਰ ਤੂੰ ਅੰਦਰ ਤੋਂ ਭਾਵਨਾ ਦੇ ਨਾਲ ਮੰਗਣਾ ਚਾਹੁੰਦਾ ਹੈ ਤੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਤੇ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕਰਕੇ ਨਾ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਅਰਦਾਸ ਕਰ। ਫਿਰ ਜਿਨ੍ਹਾਂ ਨੇ ਅਰਦਾਸ ਕੀਤੀ, ਸਤਿਗੁਰੂ ਜੀ ਨੇ ਉਹਨਾਂ ਦੇ ਉੱਤੇ ਕਿਰਪਾ ਤੇ ਰਹਿਮਤਾਂ ਜ਼ਰੂਰ ਕੀਤੀਆਂ ਹਨ। ਕਿਉਂਕਿ ਮੇਰਾ ਗੁਰੂ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕੰਮ ਤੇਨਾ। ਸਤਿਗੁਰੂ ਜੀ ਦੇ ਹੁਕਮ ਦੇ ਵਿੱਚ ਸੰਸਾਰ, ਦੁਨੀਆ ਸਭ ਕੁਝ ਚੱਲਦਾ ਹੈ। ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਹਨ ਕਿ ਭਾਈ ਜੇਕਰ ਤੂੰ ਅੰਦਰ ਦੀ ਤ੍ਰਿਸ਼ਨਾ ਨੂੰ ਮੁਕਾਉਣਾ ਚਾਹੁੰਦਾ ਹੈ, ਖਤਮ ਕਰਨਾ ਚਾਹੁੰਦਾ ਹੈ ਨਾ, ਫਿਰ ਪਰਮਾਤਮਾ ਦੇ ਦਰ ਤੋਂ ਮੰਗਿਆ ਕਰ। ਸੰਸਾਰ ਦੇ ਲੋਕਾਂ ਤੋਂ ਮੰਗਣ ਦਾ ਕੋਈ ਫਾਇਦਾ ਨਹੀਂ ਹੈ। ਕਿਉਂਕਿ ਲੋਕ ਜਿਹੜੇ ਹਨ ਨਾ, ਵੀ ਜੇਕਰ ਤੇਰੇ ਅੰਦਰ ਦੀ ਤ੍ਰਿਸ਼ਨਾ ਨੂੰ ਦੇਖ ਕਰਕੇ ਤੈਨੂੰ ਅੱਜ ਕੋਈ ਚੀਜ਼ ਦੇ ਦਿੱਤੀ, ਕੱਲ ਨੂੰ ਕੁਝ ਕਿਹਾ, ਪਰਸੋਂ ਨੂੰ ਕੁਝ ਕਿਹਾ, ਤੇਰੇ ਅੰਦਰ ਦੀ ਤ੍ਰਿਸ਼ਨਾ ਹੈ ਉਹ ਵੀ ਕਦੇ ਖਤਮ ਨਹੀਂ ਹੋਣੀ। ਫਿਰ ਜੇ ਅੱਜ ਲੱਖ ਮੰਗੇ, ਕੱਲ ਨੂੰ ਕਰੋੜਾਂ ਮੰਗੇਗਾ, ਕਰੋੜਾਂ ਤੋਂ ਬਾਅਦ ਵੱਧ ਮੰਗੇਗਾ। ਜਿਤਨਾ ਮੰਗੀ ਜਾਏਗਾ ਉਤਨੀ ਤ੍ਰਿਸ਼ਨਾ ਤੇਰੀ ਹੈ ਜਿਹੜੀ ਉਹ ਵੱਧਦੀ ਜਾਵੇਗੀ। ਤ੍ਰਿਸ਼ਨਾ ਖਤਮ ਕਰਨ ਵਾਸਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ। ਅਸੀਂ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੀਏ, ਭਾਵਨਾ ਦੇ ਨਾਲ ਅਰਦਾਸ ਕਰੀਏ ਜੀ ਕਿ ਸਤਿਗੁਰੂ ਜੀ ਸਾਡੇ ਵਰਗਿਆਂ 'ਤੇ ਵੀ ਕਿਰਪਾ ਕਰੋ ਜੀ। ਸਤਿਗੁਰੂ ਜੀ ਰਹਿਮਤਾਂ ਵਰਤਾਉਣ। ਅੱਜ ਦੇ ਵਿਚਾਰ ਦੇ ਵਿੱਚ ਆਪਾਂ ਇੱਥੋਂ ਤੱਕ ਸਤਿਗੁਰੂ ਜੀ ਦੇ ਇਤਿਹਾਸ ਨੂੰ ਸਰਵਣ ਕੀਤਾ ਹੈ ਕਿ ਬਾਬਾ ਮੂਲ ਚੰਦ ਜੀ ਤੇ ਇੱਕ ਵਿਦਵਾਨ ਸੱਜਣ ਪੰਡਤ ਪਾਤਸ਼ਾਹ ਜੀ ਦੇ ਕੋਲੇ ਆਉਂਦਾ ਹੈ ਤੇ ਸਤਿਗੁਰੂ ਜੀ ਤ੍ਰਿਸ਼ਨਾ ਬਾਬਤ, ਮਾਇਆ ਬਾਬਤ ਉਹਨਾਂ ਨੂੰ ਵਿਚਾਰ ਦੱਸਦੇ ਹਨ
ਤੇ ਇਹ ਜਿਹੜੇ ਪਾਵਨ ਪਵਿੱਤਰ ਸ਼ਬਦ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਅੰਕਿਤ ਹਨ ਤੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ ਜੀ। ਜੋ ਅਗਲਾ ਵਿਚਾਰ ਹੈ ਉਹ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਰੱਖਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।